ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਵਿੱਚ ਆਇਲਸ ਬਾਰਗ੍ਰਾਫ ਬਾਰੇ ਗੱਲ ਕਰਾਂਗੇ। ਸਟੈਪ ਬਾਈ ਸਟੈਪ ਇੱਕ ਐਗਜ਼ਾਮਪਲ ਦਿੰਦੇ ਹੋਏ ਤੁਹਾਨੂੰ ਸਮਝਾਇਆ ਜਾਵੇਗਾ ਕਿ ਆਇਲਸ ਬਾਰਗ੍ਰਾਫ ਕਿਵੇਂ ਸੋਲਵ ਕੀਤਾ ਜਾਂਦਾ ਹੈ। ਤੇ ਸ਼ੁਰੂ ਕਰਦੇ ਹਾਂ ਵੀਡੀਓ ਦੇ ਨਾਲ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬਾਰਗ੍ਰਾਫ, ਇਹਦੇ ਵਿੱਚ 4 ਕੰਟਰੀਜ਼ ਦਿੱਤੇ ਨੇ, ਜਾਪਾਨ, ਸਪੇਨ, ਆਈਸਲੈਂਡ, USA। ਤੇ 3 ਤਰ੍ਹਾਂ ਦੇ ਸਕੂਲਸ ਦਿੱਤੇ ਨੇ, ਪ੍ਰਾਇਮਰੀ, ਅਪਰ ਸੈਕੰਡਰੀ ਐਂਡ ਲੋਅਰ ਸੈਕੰਡਰੀ। ਤੇ ਤਿੰਨਾਂ ਸਕੂਲਸ ਦੇ ਟਾਈਪ ਅਲੱਗ-ਅਲੱਗ ਨੇ ਤੇ ਉਹਦੇ ਅਕੋਰਡਿੰਗਲੀ ਹੀ ਬਾਰਸ ਦੇ ਕਲਰ ਦਿੱਤੇ ਨੇ। ਧਿਆਨ ਨਾਲ ਤੁਸੀਂ ਦੇਖ ਲਓ, ਫਿਰ ਇਹਨੂੰ ਅਸੀਂ ਸਮਝਾਂਗੇ। ਹੁਣ ਜਿਵੇਂ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ, ਤੇ ਇੰਟਰੋਡਕਸ਼ਨ ਦੇ ਲਈ ਉਹਨਾਂ ਨੇ ਲਾਈਨਸ ਆਲਰੇਡੀ ਸਾਨੂੰ ਦਿੱਤੀਆਂ ਹੁੰਦੀਆਂ, ਜਿਹਨੂੰ ਅਸੀਂ ਰੀਫਰੇਸ ਕਰਕੇ ਇੰਟਰੋਡਕਸ਼ਨ 'ਚ ਲਿਖਣਾ ਹੁੰਦਾ ਹੈ। ਤੇ ਉਹਨਾਂ ਨੇ ਦਿੱਤਾ ਹੈ, ਦ ਬਾਰ ਚਾਰਟਸ ਬਿਲੋ ਸ਼ੋ ਦ ਨੰਬਰ ਆਫ ਆਵਰਸ ਈਚ ਟੀਚਰ ਸਪੈਂਟ ਟੀਚਿੰਗ ਇਨ ਡਿਫਰੈਂਟ ਸਕੂਲਸ ਇਨ 4 ਡਿਫਰੈਂਟ ਕੰਟਰੀਜ਼ ਇਨ 2001। 2001 ਦੀ ਗੱਲ ਕੀਤੀ ਹੈ, ਮਤਲਬ ਸਿੰਪਲ ਪਾਸਟ ਟੈਂਸ ਯੂਜ਼ ਹੋਵੇਗਾ। ਤੇ ਇਸ ਵਿੱਚ ਉਹਨਾਂ ਨੇ ਨਾ ਤੇ ਕੰਟਰੀਜ਼ ਦੇ ਨਾਮ ਦਿੱਤੇ ਤੇ ਨਾ ਉਹਨਾਂ ਨੇ ਡਿਫਰੈਂਟ ਟਾਈਪ ਆਫ ਸਕੂਲਸ ਦੱਸੇ ਨੇ ਕਿਹੜੇ। ਤੇ ਅਸੀਂ ਦੋਨਾਂ ਬਾਰੇ ਗੱਲ ਕਰਾਂਗੇ ਇੰਟਰੋਡਕਸ਼ਨ ਵਿੱਚ, ਵੇਰੀਏਸ਼ਨ ਨੂੰ ਪ੍ਰੋਡਿਊਸ ਕਰਨ ਲਈ। ਤੇ ਅਸੀਂ ਕਿੱਦਾਂ ਫਿਰ ਇੰਟਰੋਡਕਸ਼ਨ ਲਿਖਣੀ ਹੈ, ਅਸੀਂ ਇਸ ਤਰ੍ਹਾਂ ਨਾਲ ਲਿਖਾਂਗੇ, ਦ ਗਿਵਨ ਬਾਰਗ੍ਰਾਫ ਰਿਵੀਲਸ ਦ ਨੰਬਰ ਆਫ ਆਵਰਸ ਸਪੈਂਟ ਬਾਈ ਈਚ ਟੀਚਰ ਟੀਚਿੰਗ ਇਨ ਪ੍ਰਾਇਮਰੀ, ਲੋਅਰ ਸੈਕੰਡਰੀ ਐਂਡ ਅਪਰ ਸੈਕੰਡਰੀ। ਠੀਕ ਹੈ, ਅਸੀਂ ਸਕੂਲਸ ਦੇ ਨਾਮ ਦੱਸਦੇ, ਸਕੂਲ ਦੀਆਂ ਟਾਈਪਸ ਦੱਸਦੀਆਂ। ਇਨ 4 ਕੰਟਰੀਜ਼ ਕੋਲਨ, ਪਹਿਲਾਂ ਤਾਂ ਅਸੀਂ ਸਿੱਧਾ ਨਾਮ ਦੱਸਿਆ, ਟਾਈਪ ਆਫ ਸਕੂਲਸ ਦੱਸ ਦਿੱਤੇ। ਹੁਣ ਅਸੀਂ ਕੋਲਨ ਪਾ ਕੇ ਕੰਟਰੀਜ਼ ਦੇ ਨਾਮ ਦੱਸਣ ਲੱਗੇ ਹਾਂ। ਕੰਟਰੀਜ਼ ਦੇ ਨਾਮ ਜਦੋਂ ਅਸੀਂ ਦੇਣੇ ਹੁੰਦੇ ਆ ਤਾਂ 2 ਤਰੀਕੇ ਨਾਲ ਦੇ ਸਕਦੇ ਹਾਂ। ਜਾਂ ਤਾਂ ਅਸੀਂ ਲਿਖ ਸਕਦੇ ਹਾਂ ਇਨ 4 ਕੰਟਰੀਜ਼ ਨੇਮਡ ਐਜ਼, ਜਾਂ ਫਿਰ ਇਨ 4 ਕੰਟਰੀਜ਼ ਕੋਲਨ ਪਾ ਦਿਓ ਅਤੇ ਉਹਨਾਂ ਦੇ ਨਾਮ ਲਿਖ ਦਿਓ, ਜਾਪਾਨ, ਸਪੇਨ, ਆਈਸਲੈਂਡ ਐਂਡ ਦ USA ਡਿਊਰਿੰਗ ਦ ਈਅਰ 2001। ਹੁਣ ਅਸੀਂ ਇੰਟਰੋਡਕਸ਼ਨ ਤੋਂ ਬਾਅਦ ਜਿਹੜਾ ਓਵਰਆਲ ਦਾ ਪੈਰਾਗ੍ਰਾਫ ਲਿਖਣਾ ਹੁੰਦਾ ਹੈ, ਉਹਦੇ ਵਿੱਚ ਓਵਰਆਲ ਦੇਖਣਾ ਹੁੰਦਾ ਹੈ, ਸਾਨੂੰ ਪਤਾ ਹੀ ਹੈ ਇਸ ਗੱਲ ਦਾ। ਅਤੇ ਸਭ ਤੋਂ ਪਹਿਲਾਂ ਅਸੀਂ ਜਾਪਾਨ ਦੀ ਗੱਲ ਕਰਾਂਗੇ। ਜਾਪਾਨ ਵਿੱਚ ਸਭ ਤੋਂ ਉੱਪਰ ਵਾਲਾ ਬਾਰ ਜੇ ਦੇਖੀਏ ਤਾਂ ਕਿਹੜਾ ਹੈ, ਅਪਰ ਸੈਕੰਡਰੀ। ਸਪੇਨ ਵਿੱਚ ਅਪਰ ਸੈਕੰਡਰੀ, ਆਈਸਲੈਂਡ ਵਿੱਚ ਅਗੇਨ ਅਪਰ ਸੈਕੰਡਰੀ, USA ਵਿੱਚ ਵੀ ਅਪਰ ਸੈਕੰਡਰੀ ਦਾ ਬਾਰ ਸਭ ਤੋਂ ਉੱਚੇ ਹੈ। ਅਤੇ ਮਤਲਬ ਮੈਕਸੀਮਮ ਜਿਹੜਾ ਬਾਰ ਹੈ ਉਹ ਇੱਕੋ ਹੀ ਹੋਏਗਾ, ਅਪਰ ਸੈਕੰਡਰੀ। ਮਤਲਬ ਸਭ ਤੋਂ ਜ਼ਿਆਦਾ ਘੰਟੇ ਟੀਚਰ ਨੇ, ਹਰ ਟੀਚਰ ਨੇ ਜਿਹੜੇ ਡਿਵੋਟ ਕੀਤੇ ਨੇ ਹਰ ਇੱਕ ਕੰਟਰੀ ਵਿੱਚ, ਉਹ ਕਿੱਥੇ ਕੀਤੇ ਨੇ, ਅਪਰ ਸੈਕੰਡਰੀ ਵਿੱਚ। ਇਹ ਹੋ ਗਿਆ ਸਾਡਾ ਮੈਕਸੀਮਮ। ਹੁਣ ਅਸੀਂ ਸਭ ਤੋਂ ਘੱਟ ਵਾਲੀ ਗੱਲ ਕਰੀਏ, ਜਾਪਾਨ ਵਿੱਚ ਸਭ ਤੋਂ ਘੱਟ ਦੇਖੋ ਕਿੱਥੇ ਹੈ, ਪ੍ਰਾਇਮਰੀ। ਸਪੇਨ ਵਿੱਚ ਪ੍ਰਾਇਮਰੀ, ਫਿਰ ਉਸ ਤੋਂ ਬਾਅਦ ਆਈਸਲੈਂਡ ਵਿੱਚ ਵੀ ਪ੍ਰਾਇਮਰੀ, ਫਿਰ USA ਵਿੱਚ ਵੀ ਪ੍ਰਾਇਮਰੀ। ਅਤੇ ਮਤਲਬ ਲੀਸਟ ਵੀ ਸਾਰਿਆਂ ਦਾ ਸੇਮ ਹੋ ਗਿਆ। ਫਿਰ ਹੁਣ ਅਸੀਂ ਓਵਰਆਲ ਪੈਰਾਗ੍ਰਾਫ ਕਿਵੇਂ ਲਿਖਾਂਗੇ, ਇੰਟਰੋਡਕਸ਼ਨ ਤੋਂ ਬਾਅਦ ਜਿਹੜਾ ਓਵਰਆਲ ਦਾ ਪੈਰਾਗ੍ਰਾਫ ਲਿਖਣਾ ਹੁੰਦਾ ਹੈ ਉਹ ਕਿਸ ਤਰੀਕੇ ਨਾਲ ਲਿਖਾਂਗੇ, ਦੇਖਦੇ ਹਾਂ। Looking from an overall perspective, it is readily apparent that the maximum hours were spent by teacher teaching in upper secondary schools, right? Semicolon, however, comma, the minimum time was devoted by teachers in primary schools, ਕਿੱਥੇ, ਸਾਰੇ ਦਿੱਤੇ ਹੋਏ ਕੰਟਰੀਜ਼ ਵਿੱਚ। 4 ਕੰਟਰੀਜ਼ ਆ, ਉਹਨਾਂ ਚਾਰਾਂ ਦੇ ਚਾਰਾਂ ਕੰਟਰੀਜ਼ ਵਿੱਚ ਸੇਮ ਚੀਜ਼ ਅਸੀਂ ਦੇਖੀ ਹੈ ਕਿ ਮੈਕਸੀਮਮ ਟੀਚਿੰਗ ਕਿੱਥੇ ਹੋਈ ਹੈ, ਸੈਕੰਡਰੀ ਸਕੂਲ ਵਿੱਚ, ਔਰ ਸਭ ਤੋਂ ਘੱਟ ਟੀਚਿੰਗ ਹੋਈ ਹੈ ਪ੍ਰਾਇਮਰੀ ਸਕੂਲ ਵਿੱਚ। ਇਹ ਅਸੀਂ ਸੈਮੀਕੋਲਨ, ਹਾਊਐਵਰ, ਕੋਮਾ ਪਾ ਕੇ ਕੰਪਲੈਕਸ ਸੈਂਟੈਂਸ ਬਣਾਇਆ ਹੈ। ਜੇ ਤੁਹਾਨੂੰ ਜ਼ਰਾ ਜਿਹਾ ਵੀ ਇਹਦੇ ਵਿੱਚ ਡਾਊਟ ਹੈ, ਕੁਝ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਕਿੱਦਾਂ ਬਣਦਾ ਹੈ ਸੈਂਟੈਂਸ, ਤੇ ਤੁਸੀਂ AC ਚੈਨਲ ਦੀ ਵੀਡੀਓ ਦੇਖ ਸਕਦੇ ਹੋ, ਯੂਜ਼ ਆਫ ਸੈਮੀਕੋਲਨ ਐਂਡ ਹਾਊਐਵਰ। ਉਸ ਵੀਡੀਓ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਕਿ ਕਿਸ ਤਰੀਕੇ ਨਾਲ ਹਾਊਐਵਰ ਨੂੰ ਕੰਪਲੈਕਸ ਸੈਂਟੈਂਸ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਅਸੀਂ ਸਟੈਪ ਬਾਈ ਸਟੈਪ ਹਰ ਇੱਕ ਕੰਟਰੀ ਦੇ ਵਿੱਚ ਲਿਖਾਂਗੇ, ਹਰ ਕੰਟਰੀ ਵਿੱਚ, ਹਰ ਇੱਕ ਸਕੂਲ ਵਿੱਚ ਕਿੰਨੇ ਆਵਰਸ ਸਪੈਂਡ ਕੀਤੇ ਟੀਚਰਸ ਨੇ 2001 ਵਿੱਚ। ਹੁਣ ਜੇ ਅਸੀਂ ਜਾਪਾਨ ਦੀ ਗੱਲ ਕਰੀਏ, ਜਾਪਾਨ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਸਭ ਤੋਂ ਵੱਡਾ ਬਾਰ ਕਿਸ ਦਾ ਆ, ਸਭ ਤੋਂ ਵੱਡਾ ਬਾਰ ਸਾਡਾ ਅਪਰ ਸੈਕੰਡਰੀ ਸਕੂਲ ਦਾ ਹੈ। ਅਤੇ ਉਹਦੇ ਵਿੱਚ ਅਸੀਂ ਲਿਖ ਸਕਦੇ ਹਾਂ 2 ਤਰੀਕੇ ਨਾਲ। ਜਾਂ ਤਾਂ ਅਸੀਂ ਇਹ ਲਿਖ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਘੰਟੇ ਟੀਚਰ ਨੇ ਅਪਰ ਸੈਕੰਡਰੀ ਸਕੂਲ ਵਿੱਚ ਯੂਜ਼ ਕੀਤੇ, ਇਸਤੇਮਾਲ ਕੀਤੇ,
ਜਾਂ ਫਿਰ ਅਸੀਂ ਲਿਖ ਸਕਦੇ ਹਾਂ ਕਿ ਕਿੰਨੇ ਘੰਟੇ, ਅਸੀਂ ਦੱਸ ਸਕਦੇ ਹਾਂ 700 ਘੰਟੇ। 700 ਘੰਟੇ ਟੀਚਰ ਨੇ ਦਿੱਤੇ ਅਪਰ ਸੈਕੰਡਰੀ ਸਕੂਲ ਵਿੱਚ ਜਾਪਾਨ ਵਿੱਚ। ਕਿਸੇ ਵੀ ਤਰੀਕੇ ਨਾਲ ਲਿਖ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਉਸ ਤੋਂ ਬਾਅਦ ਅਪਰ ਸੈਕੰਡਰੀ ਸਕੂਲ ਹੋ ਗਿਆ, ਫਿਰ ਸਾਡੇ ਕਿਹੜੇ ਰਹਿ ਗਏ ਲੋਅਰ ਸੈਕੰਡਰੀ ਅਤੇ ਪ੍ਰਾਇਮਰੀ ਸੈਕੰਡਰੀ। ਅਸੀਂ ਕਿਸੇ ਵੀ ਤਰੀਕੇ ਨਾਲ ਲਿਖ ਸਕਦੇ ਹਾਂ, ਜਾਂ ਤਾਂ ਇਹ ਲਿਖ ਸਕਦੇ ਹਾਂ ਕਿ ਲੋਅਰ ਸੈਕੰਡਰੀ ਵਿੱਚ ਟੀਚਰਸ ਨੇ ਪ੍ਰਾਇਮਰੀ ਨਾਲੋਂ ਜ਼ਿਆਦਾ ਟਾਈਮ ਸਪੈਂਡ ਕੀਤਾ, ਜਾਂ ਅਸੀਂ ਇਹਦਾ ਵਾਈਜ਼ਾ ਵਰਸਾ ਲਿਖ ਸਕਦੇ ਹਾਂ। ਇੱਦਾਂ ਲਿਖ ਸਕਦੇ ਹਾਂ ਪ੍ਰਾਇਮਰੀ ਸਕੂਲ ਵਿੱਚ ਟੀਚਰਸ ਨੇ ਲੋਅਰ ਸੈਕੰਡਰੀ ਨਾਲੋਂ ਘੱਟ ਟਾਈਮ ਸਪੈਂਡ ਕੀਤਾ। ਠੀਕ ਹੈ ਜੀ, ਇਹ ਮੈਂ ਤੁਹਾਨੂੰ ਸਮਝਾ ਦਿੱਤਾ ਹੈ। ਹੁਣ ਮੈਂ ਤੁਹਾਨੂੰ ਲਿਖੇ ਹੋਏ ਪਾਰਟ ਤੋਂ ਸਮਝਾਉਣ ਲੱਗੀ ਹਾਂ। ਹੁਣ ਦੇਖੋ, ਟੂ ਬਿਗਿਨ ਵਿਥ 700 ਆਵਰਸ ਵਰ ਸਪੈਂਟ। ਅਸੀਂ ਮੈਕਸੀਮਮ ਨਹੀਂ ਕਿਹਾ, ਅਸੀਂ ਲਿਖਿਆ ਕਿ ਕਿੰਨੇ ਘੰਟੇ ਸਪੈਂਡ ਕੀਤੇ ਟੀਚਰ ਨੇ, ਹਰ ਟੀਚਰ ਨੇ। 700 ਘੰਟੇ 700 ਆਵਰਸ ਵਰ ਸਪੈਂਟ ਬਾਈ ਈਚ ਟੀਚਰ, ਹਰ ਇੱਕ ਟੀਚਰ ਦੁਆਰਾ ਸਪੈਂਡ ਕੀਤੇ ਗਏ ਟੀਚਿੰਗ ਇਨ ਅਪਰ ਸੈਕੰਡਰੀ ਸਕੂਲ। ਅਪਰ ਸੈਕੰਡਰੀ ਸਕੂਲ ਦੀ ਗੱਲ ਕਰ ਰਹੇ ਹਾਂ ਜਾਪਾਨ ਦੀ, ਇਨ ਜਾਪਾਨ, ਫੁੱਲ ਸਟਾਪ। ਨੈਕਸਟ ਕੋਮਾ, ਨੈਕਸਟ ਕਨੈਕਟਰ ਹੈ ਕੋਮਾ। 50 ਆਵਰਸ ਮੋਰ, 50 ਘੰਟੇ ਜ਼ਿਆਦਾ। 50 ਤੁਸੀਂ ਬਾਰ ਗ੍ਰਾਫ ਚੰਗੀ ਤਰ੍ਹਾਂ ਦੇਖੋ, 50 ਘੰਟੇ ਜ਼ਿਆਦਾ ਸਪੈਂਡ ਕੀਤੇ। ਠੀਕ ਹੈ, ਕਿਹਦੇ ਵਿੱਚ? ਲੋਅਰ ਸੈਕੰਡਰੀ ਸਕੂਲ ਵਿੱਚ। 50 ਆਵਰਸ ਮੋਰ ਵਰ ਗਿਵਨ ਬਾਈ ਟੀਚਰਸ ਇਨ ਲੋਅਰ ਸੈਕੰਡਰੀ ਸਕੂਲ ਦੈਨ ਇਨ ਪ੍ਰਾਇਮਰੀ ਸਕੂਲ। ਅਤੇ ਮਤਲਬ ਹੁਣ ਕੀ ਸਮਝ ਲੱਗਿਆ ਤੁਹਾਨੂੰ ਕਿ ਬਾਰ ਗ੍ਰਾਫ, ਪਾਈ ਚਾਰਟ, ਟੇਬਲ, ਇਹ ਤਿੰਨਾਂ ਵਿੱਚ ਕੀ ਕਰਨਾ ਹੁੰਦਾ? ਅਸੀਂ ਕੰਪੈਰੀਜ਼ਨ ਕਰਨਾ ਹੁੰਦਾ ਹੈ। ਕਿਤੇ ਅਸੀਂ ਫਿਗਰ ਲਿਖਦੇ ਨਹੀਂ, ਕਿਤੇ ਅਸੀਂ ਮੈਕਸੀਮਮ, ਕਿਤੇ ਲੀਸਟ, ਕਿਤੇ ਮੋਰ ਦੈਨ, ਕਿਤੇ ਲੈਸ ਦੈਨ। ਹੁਣ ਅੱਗੇ ਚੱਲਦੇ ਹਾਂ ਨੈਕਸਟ ਕੰਟਰੀ। ਜਿਵੇਂ ਅਸੀਂ ਲਾਈਨ ਗ੍ਰਾਫ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰੀ ਲਾਈਨ ਨੂੰ ਡਿਸਕ੍ਰਾਈਬ ਕਰਦੇ ਹਾਂ, ਉਸ ਤਰੀਕੇ ਨਾਲ ਅਸੀਂ ਬਾਰ ਗ੍ਰਾਫ, ਪਾਈ ਚਾਰਟ, ਟੇਬਲ ਵਿੱਚ ਨਹੀਂ ਕਰਨਾ ਹੁੰਦਾ। ਇਹਦੇ ਵਿੱਚ ਅਸੀਂ ਕੋਈ ਵੀ ਇਨਫੋਰਮੇਸ਼ਨ ਆਪਣੀ ਮਰਜ਼ੀ ਨਾਲ ਕਿਤੋਂ ਵੀ ਸਕਿਪ ਕਰ ਸਕਦੇ ਹਾਂ, ਛੱਡ ਸਕਦੇ ਹਾਂ, ਸਾਡੀ ਮਰਜ਼ੀ ਚੱਲਦੀ ਹੈ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਅਤੇ ਹੁਣ ਜੇ ਅਸੀਂ ਸਪੇਨ ਦੀ ਗੱਲ ਕਰ ਰਹੇ ਹਾਂ ਤਾਂ ਸਪੇਨ ਵਿੱਚ ਇੱਕ ਬਾਰ ਹੈ ਜਿਹੜਾ ਉਹ ਮੈਂ ਛੱਡ ਦੇਣਾ। ਕਿਹੜਾ ਬਾਰ ਛੱਡ ਦੇਣਾ? ਅਪਰ ਸੈਕੰਡਰੀ। ਠੀਕ ਹੈ ਜੀ, ਉਹਦੇ ਵਿੱਚ ਮੈਂ ਅਪਰ ਸੈਕੰਡਰੀ ਦਾ ਬਾਰ, ਉਹਦੇ ਬਾਰੇ ਮੈਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਲੋਅਰ ਸੈਕੰਡਰੀ ਪ੍ਰਾਇਮਰੀ ਬਾਰੇ ਗੱਲ ਕਰਾਂਗੀ, ਉਹ ਵੀ ਅਲੱਗ ਤਰੀਕੇ ਨਾਲ। ਜਿਵੇਂ ਜਾਪਾਨ ਵਿੱਚ ਮੈਂ ਮੋਰ ਵਰਡ ਯੂਜ਼ ਕੀਤਾ ਸੀ, ਇੱਥੇ ਸਪੇਨ ਵਿੱਚ ਮੈਂ ਲੈਸ ਵਰਡ ਯੂਜ਼ ਕਰਾਂਗੀ। ਦੇਖੋ, ਜਾਪਾਨ ਨੂੰ ਮੈਂ 2 ਲਾਈਨਸ 'ਚ ਡਿਸਕ੍ਰਾਈਬ ਕੀਤਾ ਸੀ, ਸਪੇਨ ਨੂੰ ਸਿਰਫ ਇੱਕ ਲਾਈਨ ਵਿੱਚ ਡਿਸਕ੍ਰਾਈਬ ਕਰਕੇ ਛੱਡ ਦੇਣੀ ਮੈਂ ਗੱਲ। ਇਨ ਕੰਟਰਾਸਟ 100 ਆਵਰਸ ਲੈਸ ਵਰ ਸਪੈਂਟ, 100 ਘੰਟੇ ਘੱਟ ਸਪੈਂਡ ਕੀਤੇ ਗਏ ਟੀਚਰਸ ਰਾਹੀਂ, ਕਿਹਦੇ ਵਿੱਚ? ਪ੍ਰਾਇਮਰੀ ਸਕੂਲ ਵਿੱਚ, ਦੈਨ ਇਨ ਲੋਅਰ ਸੈਕੰਡਰੀ ਸਕੂਲਸ ਇਨ ਸਪੇਨ। ਠੀਕ ਹੈ, ਇਸ ਤਰੀਕੇ ਨਾਲ ਇੱਕੋ ਲਾਈਨ ਵਿੱਚ ਡਿਸਕ੍ਰਾਈਬ ਕਰ ਦਿੱਤਾ ਔਰ ਇੱਕ ਬਾਰ ਨੂੰ ਸਕਿਪ ਕਰ ਦਿੱਤਾ। ਹੁਣ ਅਸੀਂ ਗੱਲ ਕਰਾਂਗੇ ਆਈਸਲੈਂਡ ਦੇ ਬਾਰੇ। ਆਈਸਲੈਂਡ ਵਿੱਚ ਦੇਖੋ ਤੁਸੀਂ ਕੀ ਹੈ, ਆਈਸਲੈਂਡ ਵਿੱਚ ਜਿਹੜਾ ਅਪਰ ਸੈਕੰਡਰੀ ਦਾ ਬਾਰ ਹੈ ਨਾ, ਉਹ ਸਪੇਨ ਵਿੱਚ ਅਪਰ ਸੈਕੰਡਰੀ ਦੇ ਬਾਰ ਨਾਲੋਂ ਬਰਾਬਰ ਹੈ। ਸਪੇਨ ਵਿੱਚ ਛੱਡਤਾ ਸੀ, ਠੀਕ ਹੈ, ਇਸੇ ਕਰਕੇ ਛੱਡਿਆ ਸੀ ਤਾਂ ਕਿ ਸਪੇਨ ਔਰ ਆਈਸਲੈਂਡ ਦਾ ਜਿਹੜਾ ਬਾਰ ਹੈ ਅਪਰ ਸੈਕੰਡਰੀ ਦਾ, ਉਹਨੂੰ ਇੱਕੋ ਲਾਈਨ ਵਿੱਚ ਸਮੇਟ ਦੇਵਾਂ। ਸਪੇਨ ਔਰ ਆਈਲੈਂਡ ਦਾ ਵੀ ਆਪਸ ਵਿੱਚ ਕੰਪੈਰੀਜ਼ਨ ਹੋ ਜਾਏਗਾ। ਠੀਕ ਹੈ ਜੀ, ਅਤੇ ਹੁਣ ਆਈਸਲੈਂਡ ਦੇ ਆ ਜਿਹੜੇ 2 ਬਾਰ ਹੈ, ਇਹਨਾਂ ਵਿੱਚ ਕਿੰਨਾ ਕੁ ਫਰਕ ਹੈ? ਬਹੁਤ ਸਲਾਈਟ ਫਰਕ ਹੈ। ਠੀਕ ਹੈ ਨਾ, ਆਲਮੋਸਟ ਸੇਮ ਆਵਰਸ, ਆਲਮੋਸਟ ਸੇਮ ਆਵਰਸ ਹੈ ਜਿਹੜੇ ਉਹ ਦਿੱਤੇ ਗਏ। ਪਹਿਲਾਂ ਉਹਦੇ ਵਿੱਚ ਜਾਪਾਨ ਵਿੱਚ ਅਸੀਂ ਮੋਰ ਦੈਨ ਲਿਖਤਾ, ਸਪੇਨ ਵਿੱਚ ਅਸੀਂ ਲੈਸ ਦੈਨ ਲਿਖ ਦਿੱਤਾ, ਆਈਸਲੈਂਡ ਵਿੱਚ ਕੀ ਲਿਖਾਂਗੇ? ਆਲਮੋਸਟ ਸੇਮ ਆਵਰਸ। ਅਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵੈਰਾਈਟੀ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਕਿਉਂਕਿ ਸਾਡੇ ਬਾਰਗ੍ਰਾਫ ਵਿੱਚ ਟੋਟਲ 4 ਕੰਟਰੀਜ਼ ਨੇ, ਇਸ ਕਰਕੇ 2 ਕੰਟਰੀਜ਼ ਬਾਰੇ ਅਸੀਂ ਮੈਂਸ਼ਨ ਆਲਰੇਡੀ ਕਰ ਦਿੱਤਾ ਇੱਕ ਪੈਰਾਗ੍ਰਾਫ ਵਿੱਚ। ਹੁਣ ਅਸੀਂ ਦੂਸਰਾ ਪੈਰਾਗ੍ਰਾਫ ਲਿਖਾਂਗੇ, ਨੈਕਸਟ ਪੈਰਾਗ੍ਰਾਫ ਸਟਾਰਟ ਕਰਾਂਗੇ, ਜਿਹਦੇ ਵਿੱਚ ਅਗਲੇ 2 ਕੰਟਰੀਜ਼ ਬਾਰੇ ਡਿਸਕਸ ਕਰਾਂਗੇ। On the other hand, almost the same number of hours were spent by teachers teaching in primary and lower secondary schools in Iceland. ਆਈਸਲੈਂਡ ਦੇ ਬਾਰੇ, ਇਕੱਲੇ ਆਈਸਲੈਂਡ ਦੀ ਕੰਟਰੀ ਬਾਰੇ ਗੱਲ ਕਰ ਰਹੇ ਹਾਂ ਕਿ ਉੱਥੇ ਪ੍ਰਾਇਮਰੀ ਅਤੇ ਲੋਅਰ ਸੈਕੰਡਰੀ ਸਕੂਲਸ ਵਿੱਚ ਆਲਮੋਸਟ ਸੇਮ ਨੰਬਰ ਆਫ ਆਵਰਸ ਦਿੱਤੇ ਗਏ ਟੀਚਰਸ ਦੁਆਰਾ। ਉਸ ਤੋਂ ਬਾਅਦ ਮੋਰ ਓਵਰ ਦ ਸੇਮ ਨੰਬਰ ਆਫ ਆਵਰਸ ਵਰ ਗਿਵਨ ਬਾਏ ਦ ਟੀਚਰਸ ਇਨ ਅਪਰ ਸੈਕੰਡਰੀ ਸਕੂਲਸ ਇਨ ਸਪੇਨ ਐਂਡ ਆਈਸਲੈਂਡ। ਹੁਣ ਇੱਥੇ ਅਸੀਂ ਸਪੇਨ ਐਂਡ ਆਈਸਲੈਂਡ ਦਾ ਕੰਪੈਰੀਜ਼ਨ ਕਰ ਦਿੱਤਾ ਕਿ ਸਪੇਨ ਅਤੇ ਆਈਸਲੈਂਡ ਵਿੱਚ ਅਪਰ ਸੈਕੰਡਰੀ ਸਕੂਲ ਵਿੱਚ ਸੇਮ ਨੰਬਰ ਆਫ ਟੀਚਰਸ ਨੇ ਟੀਚਿੰਗ ਕੀਤੀ। ਹੁਣ ਸਾਡੇ 3 ਕੰਟਰੀਜ਼ ਖਤਮ ਹੋ ਗਏ। ਲਾਸਟ ਕੰਟਰੀ ਸਾਡਾ ਆ ਜਾਂਦਾ USA। USA ਵਿੱਚ ਵੀ ਦੇਖੋ
ਤੁਸੀਂ ਹੁਣ ਇਹ ਗੱਲ ਦੇਖੋ ਕਿ USA ਦੇ ਤਿੰਨੋਂ ਬਾਰਸ ਹੈ ਜਿਹੜੇ ਉਹ ਬਾਕੀ ਕੰਟਰੀਜ਼ ਦੇ ਨਾਲ ਜੇ ਕੰਪੈਰੀਜ਼ਨ ਕਰੀਏ ਤਾਂ ਤਿੰਨੋਂ ਬਾਰਸ ਹੈ ਜਿਹੜੇ ਉਹ ਉੱਚੇ ਨੇ, ਮਤਲਬ ਮੋਰ ਨੇ, ਠੀਕ ਹੈ, ਹਾਈਐਸਟ ਕਹਿ ਸਕਦੇ ਹੋ। USA ਦਾ ਪ੍ਰਾਇਮਰੀ ਸਕੂਲ ਵਾਲਾ ਬਾਰ ਦੇਖੋ ਸਭ ਤੋਂ ਉੱਚਾ, ਉਸ ਤੋਂ ਬਾਅਦ ਲੋਅਰ ਸੈਕੰਡਰੀ ਵਾਲਾ ਦੇਖੋ ਉਹ ਵੀ ਸਭ ਤੋਂ ਉੱਚਾ, ਅਪਰ ਸੈਕੰਡਰੀ ਦਾ ਦੇਖੋ ਉਹ ਵੀ ਸਭ ਤੋਂ ਉੱਚਾ। ਸਭ ਤੋਂ ਉੱਚਾ ਮਤਲਬ ਕਿਹਨਾਂ ਵਿੱਚ ਕਹਿ ਰਹੀ ਹਾਂ ਮੈਂ, ਕੰਟਰੀਜ਼ ਦੇ ਵਿੱਚ। ਜੇ 4 ਕੰਟਰੀਜ਼ ਦਾ ਆਪਸ ਵਿੱਚ ਕੰਪੈਰੀਜ਼ਨ ਕਰੀਏ ਤਾਂ USA ਦੇ ਬਾਰਸ ਤਿੰਨੋਂ ਸਕੂਲਸ ਵਿੱਚ, ਤਿੰਨੋਂ ਸਕੂਲਸ ਦੇ ਜਿਹੜੇ ਬਾਰਸ ਹੈ ਉਹ ਹਾਈਐਸਟ ਹੀ ਨੇ। ਇਸ ਕਰਕੇ USA ਵਿੱਚ ਮੈਂ ਕੀ ਕੀਤਾ, USA ਵਿੱਚ ਤਿੰਨੋਂ ਬਾਰਸ ਦੇ ਬਾਰੇ ਗੱਲ ਕਰਨ ਦੀ ਬਜਾਏ ਇੱਕੋ ਲਾਈਨ ਵਿੱਚ ਇਹ ਲਿਖ ਦਿੱਤਾ ਕਿ USA ਦੇ ਜਿਹੜੇ ਟੀਚਿੰਗ ਆਵਰਸ ਹੈ, USA ਵਿੱਚ ਜੋ ਟੀਚਰਸ ਨੇ ਟੀਚਿੰਗ ਆਵਰਸ ਦਿੱਤੇ ਨੇ, ਜੋ ਸਪੈਂਡ ਕੀਤੇ ਨੇ ਸਾਰੇ ਸਕੂਲਸ ਵਿੱਚ, ਉਹ ਕੀ ਨੇ, ਹਾਈਐਸਟ ਨੇ। ਬਸ ਇੰਨਾ ਲਿਖ ਕੇ ਗੱਲ ਖਤਮ ਹੋ ਜਾਂਦੀ ਹੈ। ਹੁਣ ਅਸੀਂ ਦੇਖ ਸਕਦੇ ਹਾਂ ਲਾਸਟ ਲਾਈਨ, ਫਾਈਨਲੀ ਦ ਮੈਕਸੀਮਮ ਨੰਬਰ ਆਫ ਆਵਰਸ ਵਰ ਸਪੈਂਟ ਬਾਈ ਟੀਚਰਸ ਇਨ ਆਲ ਦ 3 ਸਕੂਲਸ, ਠੀਕ ਹੈ, ਤਿੰਨੋਂ ਸਕੂਲਸ ਵਿੱਚ, ਕਿੱਥੇ, USA ਵਿੱਚ, ਐਜ਼ ਕੰਪੇਅਰਡ ਟੂ ਜਾਪਾਨ, ਸਪੇਨ ਐਂਡ ਆਈਸਲੈਂਡ। ਜੇ ਅਸੀਂ USA ਨੂੰ ਕੰਪੇਅਰ ਕਰੀਏ ਜਾਪਾਨ, ਸਪੇਨ ਐਂਡ ਆਈਸਲੈਂਡ ਨਾਲ, ਤਾਂ ਫਿਰ USA ਵਿੱਚ ਤਿੰਨੋਂ ਸਕੂਲਸ ਵਿੱਚ ਸਭ ਤੋਂ ਜ਼ਿਆਦਾ ਆਵਰਸ ਸਪੈਂਡ ਕੀਤੇ ਗਏ ਟੀਚਰਸ ਰਾਹੀਂ। ਇਸ ਤਰੀਕੇ ਨਾਲ ਇਹ ਪੂਰਾ ਪੈਰਾਗ੍ਰਾਫ ਕੰਪਲੀਟ ਹੁੰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਵੇਗਾ ਕਿ ਕਿਸ ਤਰੀਕੇ ਨਾਲ ਅਸੀਂ ਵੇਰੀਏਸ਼ਨ ਪ੍ਰੋਡਿਊਸ ਕਰਨੀ ਹੁੰਦੀ ਹੈ।